गुड मॉर्निंग स्टूडेंट। मैं मोनिका मेहता साइंस मिस्टर्स ਤੁਹਾਨੂੰ ਕਰਾਉਣ ਲੱਗੀ ਹਾਂ NTSC ਦੇ ਕੁਐਸਚਨਸ ਸਟਰਕਚਰ ਆਫ ਐਟਮਸ। ਠੀਕ ਹੈ, ਇੰਗਲਿਸ਼ ਮੀਡੀਅਮ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈਗਾ, ਅਗਰ ਇੱਕ ਐਲੀਮੈਂਟ ਹੈ ਉਸਦੇ MKLM 'ਚ 7 ਹੈ ਤਾਂ ਨੈਚੁਰਲੀ ਇਸ 'ਚ 8 ਅਤੇ 2 ਹੋਣਗੇ। ਟੋਟਲ ਇਲੈਕਟ੍ਰੋਨਸ ਕਿੰਨੇ ਹੋ ਗਏ? 17। ਤਾਂ ਕਿਹੜਾ ਐਲੀਮੈਂਟ ਹੋਏਗਾ? क्लोरीन। ठीक है, क्लोरीन की है एक नॉन मेटल, तो इसका आंसर क्या बनेगा? नॉन मेटल। सैकेंड क्वेश्चन है, नंबर ऑफ न्यूट्रॉन्स कैलकुलेट करने फॉर एटॉमिक मास चों एटॉमिक नंबर माइनस करोगे 9 - 4 5 क्या आ जाएंगे? नंबर ऑफ न्यूट्रॉन्स। फस्ट मॉडल जो है थॉमसन ने दिता सीगा एटम का कि एक सफीयर है, दिस होल इज़ पॉजिटिवली चार्ज सफीयर। ठीक है, सारा की है पॉजिटिवली चार्ज हैगा ये सारा सफीयर। दिस होल सफीयर इज़ पॉजिटिवली चार्ज, तो ਇਹਦੇ ਵਿੱਚ ਨੈਗੇਟਿਵਲੀ ਚਾਰਜ ਇਲੈਕਟ੍ਰੋਨ ਇੰਬੈਡਡ ਹੈਗੇ ਆ। ਠੀਕ ਹੈ, ਇੱਦਾਂ ਸਾਰਾ ਕੀ ਹੈ ਪੋਜ਼ੀਟਿਵਲੀ ਚਾਰਜ ਐਟਮ ਹੈਗਾ, ਔਰ ਇਹਦੇ ਵਿੱਚ ਜੋ ਨੈਗੇਟਿਵਲੀ ਚਾਰਜ ਇਲੈਕਟ੍ਰੋਨਸ ਦੀਜ਼ ਆਰ ਇੰਬੈਡਡ ਇਨਸਾਈਡ ਇਟ ਲਾਈਕ ਦੀ ਵਾਟਰਮੈਲਨ ਵਾਲੀ ਸਟਰਕਚਰ ਜੋ ਹੈ ਇਹ ਕਿਹਨੇ ਦਿੱਤੀ ਸੀ? J.J. ਥੋਮਸਨ ਨੇ। ਤਾਂ ਫਸਟ ਅਟੋਮਿਕ ਮਾਡਲ ਜੋ ਦਿੱਤਾ ਸੀ J.J. ਥੋਮਸਨ ਨੇ ਦਿੱਤਾ ਸੀ। ਕਰੈਕਟ ਅਬਾਊਟ ਦੀਜ਼, ਕਲੋਰੀਨ ਦਾ 17 35 ਔਰ 17 37 ਹੈ। ਤਾਂ ਇੱਥੇ ਨੰਬਰ ਆਫ ਨਿਊਟਰੋਨਸ ਇਹਦੇ ਵਿੱਚ ਕਿੰਨੇ ਹੋ ਜਾਣਗੇ? 18। ਇਹਦੇ ਵਿੱਚ ਕਿੰਨੇ ਹੋ ਗਏ? 2 ਵੱਧਾ 20। ਨੰਬਰ ਆਫ ਨਿਊਟਰੋਨਸ ਕਿੰਨੇ ਹੋ ਗਏ? ਇੰਨੇ। ਤਾਂ ਇਹ ਕੀ ਹੋਣਗੇ? ਆਈਸੋਟੋਪ। ਆਈਸੋਟੋਪ ਕਿਆ ਹੁੰਦਾ? ਅਟੋਮਿਕ ਨੰਬਰ ਸੇਮ ਹੈ, ਅਟੋਮਿਕ ਨੰਬਰ ਸੇਮ ਹੈ ਅਤੇ ਮਾਸ ਡਿਫਰੈਂਟ ਹੈ। ਮਾਸ ਡਿਫਰੈਂਟ ਹੈ ਜਾਂ ਨੰਬਰ ਆਫ ਨਿਊਟਰੋਨਸ ਜਿਹੜੇ ਹੈਗੇ ਡਿਫਰੈਂਟ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਆਈਸੋਟੋਪ। ਆਈਸੋਟੋਪ ਦੀ ਡੈਫੀਨੇਸ਼ਨ ਦੇਖੋ ਕਿਆ ਹੁੰਦੀ ਹੈ, ਇੱਥੋਂ ਹੀ ਕਲੀਅਰ ਹੋ ਰਹੀ ਹੈ। 35 ਔਰ ਕਲੋਰੀਨ ਦਾ 17 37। ਇੱਥੇ ਨੰਬਰ ਆਫ ਨਿਊਟਰੋਨਸ ਕਿੰਨੇ ਆ ਗਏ? 18। ਇਹਦੇ ਵਿੱਚ ਕਿੰਨੇ ਆ ਗਏ? 20। ਤਾਂ ਅਟੋਮਿਕ ਮਾਸ डिफरेंट है और नंबर ऑफ न्यूट्रॉन्स क्या है? वो भी डिफरेंट है, पर एटॉमिक नंबर क्या है? सेम है। ठीक है, यू कैन से कि नंबर ऑफ न्यूट्रॉन्स डिफरेंट है ਜਾਂ एटॉमिक मास डिफरेंट है, ਉਹਨੂੰ ਅਸੀਂ ਕੀ ਕਹਿੰਦੇ ਆ? ਆਈਸੋਟੋਪਸ ਕਹਾਂਗੇ। ਵੀ ਕੈਨ ਸੇ ਇਹਦੇ ਵਿੱਚ ਨੰਬਰ ਆਫ ਕਿਆ ਹੋਣਗੇ? हैविंग सेम कैमिकल प्रॉपर्टीज़ आ जाएगा। ठीक है, ਜਾਂ ਇਹ ਵੀ ਆ ਸਕਦਾ ਹੈਗਾ ਸੇਮ ਕੈਮੀਕਲ ਪ੍ਰੋਪਰਟੀ ਔਰ ਪ੍ਰੋਟੋਨ, ਕਿਉਂਕਿ ਇਹਦਾ ਅਟੋਮਿਕ ਨੰਬਰ ਕਿੰਨਾ? 17 ਹੀ ਰਹਿਣਾ। ਠੀਕ ਹੈ, ਮਾਸ ਡਿਫਰੈਂਟ ਹੈ ਤਾਂ ਮਾਸ ਡਿਊ ਟੂ ਨਿਊਕਲੀਅਸ ਹੁੰਦਾ ਹੈਗਾ। ਤਾਂ ਇਹਦੇ ਵਿੱਚ ਨੰਬਰ ਆਫ ਪ੍ਰੋਟੋਨਸ ਸੇਮ ਹੋਣਗੇ, ਕਿਉਂਕਿ ਜਿੰਨੇ ਪ੍ਰੋਟੋਨ ਹੁੰਦੇ ਆ ਉਨੇ ਹੀ ਇਲੈਕਟ੍ਰੋਨਸ ਹੁੰਦੇ ਆ। ਤਾਂ ਇਸ ਕਰਕੇ ਇਹਨਾਂ ਦੀਆਂ ਜੋ ਕੈਮੀਕਲ ਪ੍ਰੋਪਰਟੀ ਨਹੀਂ, ਇਹ ਨਹੀਂ ਆਏਗਾ, ਇਹੀ ਆਨਸਰ ਆਏਗਾ। ਠੀਕ ਹੈ, ਫਿਫਥ ਕੁਐਸਚਨ ਹੈਗਾ, ਐਲੀਮੈਂਟ X ਹੈ ਕੋਈ, ਇਹਦਾ ਅਟੋਮਿਕ ਮਾਸ X ਨੰਬਰ X ਹੈ ਅਤੇ ਇਹਦਾ 4 ਹੈ। ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੋ 2 6। ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਆ ਹੋਗੀ? 2 2। ਇਹ 2 ਗੇਨ ਕਰੇਗਾ -2, ਸੌਰੀ ਕਿਆ ਹੋ ਰਿਹਾ? X 8 ਅਤੇ Y ਦਾ 4 ਹੈਗਾ, ਤਾਂ ਇਹਦੀ ਕਿੰਨੀ ਆ ਗਈ? 2 6। ਹਾਂ, 2 ਗੇਨ ਕਰੇਗਾ, ਇਹਦੀ ਕਿਆ ਹੈ? ਠੀਕ ਹੈ, 2 2। ਤਾਂ ਇਹਦੇ ਉੱਤੇ 2 ਪੋਜ਼ੀਟਿਵ ਚਾਰਜ ਆ ਸਕਦਾ, ਇਸ 'ਤੇ 2 ਨੈਗੇਟਿਵ ਚਾਰਜ ਆ ਸਕਦਾ। ਤਾਂ ਦੋਨਾਂ ਦੇ ਓਵਰਆਲ ਅਗਰ ਸਿੰਪਲ ਵਿਦਾਊਟ ਸਿੰਬਲ ਲਿਖੀਏ ਤਾਂ 2 ਚਾਰਜ ਆਏਗਾ। ਠੀਕ ਹੈ, ਆਈਸੋਟੋਪ ਗੋਇਟਰ ਜੋ ਹੈ ਕਾਹਦੇ ਕਰਕੇ ਹੁੰਦਾ? ਆਇਓਡੀਨ ਦੀ ਡੈਫੀਸ਼ੀਐਂਸੀ ਦੇ ਕਰਕੇ ਹੁੰਦਾ। ਗਿਲਡ ਰੋਗ ਕਹਿੰਦੇ ਆ, ਥਾਇਰੋਕਸਿਨ ਹਾਰਮੋਨ ਨਹੀਂ ਸਕਰੀਟ ਹੋਏਗਾ ਤਾਂ ਉਹਨੂੰ ਡਿਟੈਕਸ਼ਨ ਵੀ ਆਇਓਡੀਨ ਦੇ ਆਈਸੋਟੋਪ ਨਾਲ ਕਰਾਂਗੇ। ਉਸ ਤੋਂ ਬਾਅਦ ਹੈਗਾ ਐਵਰੇਜ ਮਾਸ ਕੈਲਕੂਲੇਟ ਕਰਨਾ। ਇੱਥੇ 35 × 3 + 37 × 1/4 ਕਰੋਗੇ
ਤਾਂ ਇਹਨੂੰ ਡਿਵਾਈਡ ਕਰਕੇ ਆਂਸਰ ਆ ਜਾਂਦਾ ਹੈ 142 अपॉन 4। ठीक है, डिवाइड करके 35 पॉइंट अटोमिक मास यूनिट आंसर आ जाएगा। ठीक है, एवरेज मास कैलकुलेट करना है। न्यूक्लियस ਦੇ ਵਿੱਚ ਕੌਣ ਹੁੰਦੇ ਆ? ਪ੍ਰੋਟੋਨ ਤੇ ਨਿਊਟਰੋਨਸ। ਇਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਕੀ ਕਹਿੰਦੇ ਆ? ਨਿਊਕਲੀਓਨਸ। ਇਸ ਕਰਕੇ ਮਾਸ ਹੁੰਦਾ ਐਟਮ ਦਾ, ਇਸ ਨੂੰ ਅਟੋਮਿਕ ਮਾਸ ਕਹਾਂਗੇ। ਠੀਕ ਹੈ, ਕਲੋਰਾਈਡ ਆਇਨ 'ਚ ਕਲੋਰੀਨ ਦੇ ਖੁਦ ਕਿੰਨੇ ਆ? 17। ਇੱਕ ਇਲੈਕਟ੍ਰੋਨ ਗੇਨ ਕਰ ਲਿਆ ਤਾਂ ਕਲੋਰਾਈਡ ਆਇਨ ਦੇ ਕਿੰਨੇ ਹੋ ਜਾਣਗੇ? 18 ਇਲੈਕਟ੍ਰੋਨਸ ਹੋ ਜਾਣਗੇ ਕਲੋਰਾਈਡ ਆਇਨ ਦੇ। ਠੀਕ ਹੈ, ਨੈਕਸਟ ਹੈਗਾ ਪੋਜ਼ੀਟਿਵ ਚਾਰਜ ਹੈ ਕੋਈ ਨਹੀਂ। ਸੋਡੀਅਮ ਦੇ ਇਲੈਕਟ੍ਰੋਨਿਕ ਕਨਫੀਗਰੇਸ਼ਨ 281। ਇੱਕ ਇਲੈਕਟ੍ਰੋਨ ਐਲੀਮੀਨੇਟ ਕੀਤਾ, ਡੋਨੇਟ ਕੀਤਾ। ਠੀਕ ਹੈ, ਰਿਲੀਜ਼ ਕੀਤਾ ਤਾਂ 28 ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆ ਜਾਏਗੀ ਕੈਟਾਈਨ ਦੀ। ਉਸ ਤੋਂ ਬਾਅਦ ਹੈਗਾ ਕੋਈ ਐਲੀਮੈਂਟ ਹੈਗਾ, ਐਲੂਮੀਨੀਅਮ ਹੀ ਆਏਗਾ, ਇਹਦਾ 27 ਹੈ ਅਤੇ ਉਹਦੇ ਵਿੱਚ ਨਿਊਟਰੋਨ ਕਿੰਨੇ ਹੈ? 14। ਤਾਂ ਪ੍ਰੋਟੋਨ ਕਿੰਨੇ ਰਹਿ ਗਏ? 13। ਜਿੰਨੇ ਪ੍ਰੋਟੋਨ ਹੋਣਗੇ ਉਨੇ ਹੀ ਕਿਆ ਹੋਣਗੇ? ਇਲੈਕਟ੍ਰੋਨ। ਤਾਂ ਆਂਸਰ ਕਿੰਨਾ ਬਣ ਜਾਏਗਾ? 13 ਆ ਜਾਏਗਾ ਨੰਬਰ ਆਫ ਇਲੈਕਟ੍ਰੋਨਸ। ਜੇ ਥੋਮਸਨ ਦਾ ਮਾਡਲ ਹੁਣੇ ਕੀਤਾ ਸੀ ਆ ਜਿਹੜਾ ਸਫੀਅਰ ਹੈ ਇਹ ਹੋਇਆ ਪੋਜ਼ੀਟਿਵਲੀ ਚਾਰਜ, ਇਹਦੇ ਵਿੱਚ ਨੈਗੇਟਿਵਲੀ ਚਾਰਜ ਕਿਆ ਹੈ? ਇਲੈਕਟ੍ਰੋਨਸ ਹੈਗੇ ਆ। ਤਾਂ ਉਹਨੇ ਕਿਹੜੇ ਸਬ ਅਟੋਮਿਕ ਪਾਰਟੀਕਲ ਦੇ ਬਾਰੇ ਨਹੀਂ ਦੱਸਿਆ। ਪੋਜ਼ੀਟਿਵ ਅਤੇ ਨੈਗੇਟਿਵ ਇੱਕ ਦੂਜੇ ਨੂੰ ਨਿਊਟਰਲ ਕਰ ਦੇਣਗੇ, ਇਸ ਕਰਕੇ ਓਵਰਆਲ ਐਟਮ ਕਿਆ ਹੋਏਗਾ ਥੋਮਸਨ ਦੇ ਅਕੋਰਡਿੰਗ ਕਿ ਨਿਊਟਰਲ। ਤਾਂ ਉਹਨੇ ਸਬ ਅਟੋਮਿਕ ਪਾਰਟੀਕਲ ਨਿਊਟਰੋਨ ਦੇ ਬਾਰੇ ਨਹੀਂ ਦੱਸਿਆ ਹੈਗਾ। ਇੱਕ ਇਲੈਕਟ੍ਰੋਨ 'ਤੇ ਚਾਰਜ ਇਹ ਵਾਲਾ ਹੁੰਦਾ 1.6 10⁻⁻19 ਕੂਲਮ। ਵੈਲੈਂਸ ਇਲੈਕਟ੍ਰੋਨਸ ਆਊਟਰਮੋਸਟ ਸ਼ੈਲ ਦੇ ਵਿੱਚ ਹੁੰਦੇ ਆ, ਉਹਨਾਂ ਦੇ ਕਰਕੇ ਔਕਟੇਟ ਰੂਲ। ਠੀਕ ਹੈ, ਵੈਲੈਂਸੀ ਹੁੰਦੀ ਹੈ। ਵਿੱਚ ਸਬ ਅਟੋਮਿਕ ਪਾਰਟੀਕਲ ਵਿਲ ਨੋਟ ਬੀ ਪ੍ਰੈਜੈਂਟ ਇਨ ਹਾਈਡਰੋਜਨ। ਤਾਂ ਇੱਥੋਂ ਪ੍ਰੋਟੋਨਸ ਕਿੰਨੇ ਹੋਣਗੇ? 1। ਇਲੈਕਟ੍ਰੋਨਸ ਵੀ ਕਿੰਨੇ ਹੋਣਗੇ? 1। 1 - 1 0। ਤਾਂ ਨੰਬਰ ਆਫ ਨਿਊਟਰੋਨਸ ਜਿਹੜੇ ਹੈਗੇ ਆ ਨੋਰਮਲ ਹਾਈਡਰੋਜਨ ਦੇ ਵਿੱਚ ਨਹੀਂ ਹੁੰਦੇ। ਕੌਣ ਨਹੀਂ ਹੋਏਗਾ? ਨਿਊਟਰੋਨਸ। ਕਿਹੜੇ ਸ਼ੈਲ 'ਚ ਮੈਕਸੀਮਮ 2 ਇਲੈਕਟ੍ਰੋਨਸ ਆ ਸਕਦੇ ਆ? ਪਹਿਲੇ 'ਚ ਕੇ ਸ਼ੈਲ। ਕੈਥੋਡ ਰੇਜ਼ ਕਿਆ ਹੁੰਦੀ ਹੈ? ਫਾਸਟ ਮੂਵਿੰਗ ਇਲੈਕਟ੍ਰੋਨਸ। ਠੀਕ ਹੈ, ਕੈਥੋਡ ਰੇਜ਼ ਨੈਗੇਟਿਵ ਟਰਮੀਨਲ ਤੋਂ ਅਰਾਈਜ਼ ਹੋਣਗੀਆਂ ਔਰ ਪੋਜ਼ੀਟਿਵ ਟਰਮੀਨਲ ਕਰਨੀ ਜਾਂਦੀਆਂ। ਫਾਸਟ ਮੂਵਿੰਗ ਇਲੈਕਟ੍ਰੋਨਸ ਉਹਨਾਂ ਨੂੰ ਕੈਥੋਡ ਰੇਜ਼ ਕਹਿੰਦੇ ਹੈਗੇ ਆ। ਸਬ ਅਟੋਮਿਕ ਪਾਰਟੀਕਲ ਹੈਵਿੰਗ ਰੈਲੇਟਿਵਲੀ 0 ਚਾਰਜ ਨਿਊਟਰਲ ਕੌਣ ਹੁੰਦੇ ਆ? 0 ਚਾਰਜ ਨਿਊਟਰੋਨਸ। ਉਸ ਤੋਂ ਬਾਅਦ ਹੈਗਾ ਇੱਕ ਐਟਮ ਹੈ, ਐਟਮ ਦੇ ਵਿੱਚ ਥੋੜ੍ਹਾ ਡਾਊਨ ਕਰੋ। ਐਟਮ ਦੇ ਵਿੱਚ ਕਿੰਨੇ ਪ੍ਰੋਟੋਨ ਹੈ? 11। ਇਲੈਕਟ੍ਰੋਨਸ ਵੀ 11 ਹੈ ਅਤੇ ਨਿਊਟਰੋਨਸ ਵੀ 11 ਹੈਗੇ ਆ। ਤਾਂ ਇਹਦਾ ਅਟੋਮਿਕ ਨੰਬਰ 11 ਔਰ ਮਾਸ ਨੰਬਰ ਕਿੰਨਾ ਹੋ ਜਾਊਗਾ? 22। ਨੈਕਸਟ ਦੂਸਰਾ ਹੈਗਾ ਜਿਹੜਾ ਐਟਮ ਹੈ ਇਹਦੇ ਵਿੱਚ ਨਿਊਟਰੋਨਸ ਕਿੰਨੇ ਹੈ? 12। ਪ੍ਰੋਟੋਨ ਅਤੇ ਨਿਊਟਰੋਨ ਦਾ ਸਮ ਕਿੰਨਾ ਆ ਗਿਆ? 23 ਔਰ ਇਲੈਕਟ੍ਰੋਨਸ ਕਿੰਨੇ ਹੈ? 11। ਤਾਂ ਦੋਨੋਂ ਅਗਰ ਦੇਖੀਏ ਇਹਦੇ ਵਿੱਚ 22 ਹੈ, ਦੂਸਰੇ ਦੇ ਵਿੱਚ ਕਿੰਨੇ ਹੈ? 23। ਤਾਂ ਇੱਥੇ ਨੰਬਰ ਆਫ ਨਿਊਟਰੋਨਸ ਡਿਫਰੈਂਟ ਹੈ ਜਾਂ ਮਾਸ ਨੰਬਰ ਡਿਫਰੈਂਟ ਹੈ ਤਾਂ ਦੀਜ਼ ਆਰ ਦੀ ਆਈਸੋਟੋਪਸ ਹੋਣਗੇ ਇੱਕ ਦੂਜੇ ਦੇ। ਤਾਂ ਆਈਸੋਟੋਪ ਅੱਛੀ ਤਰ੍ਹਾਂ ਕਰੋ। ਠੀਕ ਹੈ, ਇਹਦੇ ਵਿੱਚ ਜਿਵੇਂ ਕਲੋਰੀਨ ਦੀ ਐਗਜ਼ਾਮਪਲ ਲਈ ਹੈਗੀ ਆ ਅਸੀਂ 17 37। ਅਟੋਮਿਕ ਮਾਸ ਕਿਆ ਹੈ? ਡਿਫਰੈਂਟ ਹੈ। ਠੀਕ ਹੈ, ਜਾਂ ਨੰਬਰ ਆਫ ਨਿਊਟਰੋਨ ਡਿਫਰੈਂਟ ਹੋਣਗੇ, ਡਿਫਰੈਂਸ ਬਿਟਵੀਨ ਦੀ ਨੰਬਰ ਆਫ ਨਿਊਟਰੋਨਸ। ਵਿਚ ਆਫ ਫੋਲੋਇੰਗ ਇਜ਼ ਕਰੈਕਟ ਫॉर ਦੀ ਐਟਮ। ਐਟਮ ਦੇ ਵਿੱਚ ਪ੍ਰੋਟੋਨ, ਨਿਊਟਰੋਨ ਅਤੇ ਇਲੈਕਟ੍ਰੋਨ ਤਿੰਨੋਂ ਤਰ੍ਹਾਂ ਦੇ ਸਬ ਅਟੋਮਿਕ ਪਾਰਟੀਕਲਸ ਹੁੰਦੇ ਆ। ਦਿਸ ਇਜ਼ ਆਲ ਅਬਾਊਟ ਦੀ ਟੈਸਟ ਜੋ ਅੱਜ ਆਇਆ ਸੀ ਉਹਦੀ ਐਕਸਪਲੇਨੇਸ਼ਨ। ਦਿਸ ਵਾਜ਼ ਇਨ ਦੀ 9th class structure of atom. Thank you for watching the video.